ਚੰਡੀਗੜ੍ਹ ਦੇ ਨਾਲ ਲੱਗਦੇ ਬਨੂੜ ਦੇ ਇਲਾਕੇ ਦੇ ਵਿੱਚ ਪਿਛਲੇ ਕੁਝ ਸਮਾਂ ਪਹਿਲਾਂ ਜ਼ਮੀਨਾਂ ਦੀ ਜਾਇਦਾਦ ਦੀ ਹੇਰਾਫੇਰੀ ਦਾ ਮਾਮਲਾ ਸਾਹਮਣੇ ਆਇਆ ਸੀਗਾ, ਜਿਸ ਨੂੰ ਲੈ ਕੇ ਆਏ ਸਮੇਂ ਨਵੀਆਂ ਪਰਤਾਂ ਜੁੜਦੀਆਂ ਜਾ ਰਹੀਆਂ ਨੇ, ਜਿਸ ਦੇ ਤਹਿਤ ਪਹਿਲਾਂ FIR ਦਰਜ ਹੁੰਦੀ ਆ ਅਤੇ ਉਸ FIR ਨੂੰ ਬਾਅਦ ਵਿੱਚ ਕੈਂਸਰ ਰਿਪੋਰਟ ਦਾਇਰ ਕੀਤੀ ਜਾਂਦੀ ਆ। ਹਾਲਾਂਕਿ ਹੁਣ ਤੱਕ ਇਹ ਮਾਮਲਾ ਕਿੱਥੋਂ ਤੱਕ ਪਹੁੰਚਿਆ ਅਤੇ ਕੀ ਕੁਝ ਇਹ ਪੂਰਾ ਮਾਮਲਾ ਸੀਗਾ, ਉਸ ਦੇ ਲਈ ਜੀ ਮੀਡੀਆ ਦੀ ਟੀਮ ਪਹੁੰਚੀ ਹੈ ਗਰਾਊਂਡ ਜ਼ੀਰੋ ਤੇ ਅਤੇ ਵੇਖੋ ਸਾਡੀ ਖਾਸ ਰਿਪੋਰਟ ਗਰਾਊਂਡ ਰਿਪੋਰਟ। ਆਬਾਦੀ ਦੇ ਜ਼ਮੀਨ ਦਾ ਮਾਮਲਾ ਜਿਸ ਤਰੀਕੇ ਦੇ ਨਾਲ ਸਾਹਮਣੇ ਆਉਂਦਾ, ਖਾਸ ਤੌਰ ਤੇ ਇੱਕ ਦੋ ਧਿਰਾਂ ਦੇ ਵਿਚਕਾਰ ਲੜਾਈ ਹੁੰਦੀ ਹੈ, ਜਿਸ ਤੋਂ ਬਾਅਦ EO ਨਗਰ ਕੌਂਸਲ ਉੱਥੇ ਪਹੁੰਚਦੇ ਨੇ। ਇੱਕ ਐਗਜ਼ਾਮਪਲ ਦੇ ਤੌਰ ਤੇ ਤੁਹਾਨੂੰ ਤਸਵੀਰ ਦਿਖਾਵਾਂਗੇ ਕਿ ਇਸੇ ਤਰੀਕੇ ਦੇ ਨਾਲ ਉਸ ਸਮੇਂ ਲੜਾਈ ਹੁੰਦੀ ਹੈ ਦੋ ਧਿਰਾਂ ਵੱਲੋਂ, ਜਿਨ੍ਹਾਂ ਵੱਲੋਂ ਆਪੋ ਆਪਣੇ ਮਾਲਕੀ ਹੱਕ ਇਸ ਜ਼ਮੀਨ ਤੇ ਜਿਤਾਏ ਜਾਂਦੇ ਨੇ। ਪਰ ਉਸੇ ਸਮੇਂ ਦੇ ਵਿੱਚ EO ਨਗਰ ਕੌਂਸਲ ਦੀ ਇਸ ਦੇ ਵਿੱਚ ਸ਼ਮੂਲੀਅਤ ਹੁੰਦੀ ਹੈ ਅਤੇ EO ਨਗਰ ਕੌਂਸਲ ਵੱਲੋਂ ਦੱਸਿਆ ਜਾਂਦਾ ਕਿ ਇਹ ਆਬਾਦੀ ਦੇ ਜ਼ਮੀਨ ਹੈ, ਜਿਸ ਨੂੰ ਲੈ ਕੇ ਤੁਸੀਂ ਮਲਕੀਅਤ ਦੇ ਹੱਕ ਦੱਸ ਰਹੇ ਹੋ। ਇਹ ਡਾਕੂਮੈਂਟ ਲੈ ਕੇ ਜੋ ਕਹਿ ਸਕਦੇ ਆ ਜੋ EO ਨੇ ਨਗਰ ਕੌਂਸਲ ਦੇ, ਉਹ ਇੱਥੇ ਪਹੁੰਚਦੇ ਨੇ ਅਤੇ ਉਸ ਤੋਂ ਬਾਅਦ ਲਗਾਤਾਰ ਕਹਿ ਸਕਦੇ ਆ ਕਾਟੋ ਕਲੇਸ਼ ਵੱਧਦਾ ਜਾਂਦਾ ਅਤੇ ਨਗਰ ਕੌਂਸਲ ਦੇ ਧਿਆਨ ਦੇ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਉਂਦਾ ਜਿਸ ਦੇ ਵਿੱਚ ਪਤਾ ਚੱਲਦਾ ਹੈ ਕਿ ਇਹ ਜ਼ਮੀਨ ਨਗਰ ਕੌਂਸਲ ਦੀ ਮਲਕੀਅਤ ਹੈ, ਪਰ ਇਸ ਆਬਾਦੀ ਦੇ ਜ਼ਮੀਨ ਦੇ ਉੱਪਰ ਕਿਰਾਏਦਾਰ ਜ਼ਰੂਰ ਹੋ ਸਕਦਾ ਹੈ, ਠੇਕੇਦਾਰ ਜ਼ਰੂਰ ਹੋ ਸਕਦਾ ਹੈ, ਜੋ ਕਹਿ ਸਕਦੇ ਆ ਕਿ ਜ਼ਮੀਨ ਤੇ ਖੇਤੀ ਜਾਂ ਕਹਿ ਸਕਦੇ ਜ਼ਮੀਨ ਤੇ ਰਹਿ ਜ਼ਰੂਰ ਸਕਦਾ, ਪਰ ਜ਼ਮੀਨ ਨੂੰ ਵੇਚ ਨਹੀਂ ਸਕਦਾ। ਤਾਂ ਉਸੇ ਤਰੀਕੇ ਦੇ ਨਾਲ ਜਦੋਂ ਮਾਮਲਾ ਸਾਹਮਣੇ ਆਉਂਦਾ ਤਾਂ ਉਸ ਤੋਂ ਬਾਅਦ ਇਹ ਵੀ ਮਾਮਲਾ ਸਾਹਮਣੇ ਆਉਂਦਾ ਕਿ ਦੋਨਾਂ ਧਿਰਾਂ ਦੇ ਵਿੱਚੋਂ ਇੱਕ ਧਿਰ ਵੱਲੋਂ ਕੋਰਟ ਦੇ ਵਿੱਚ ਸਟੇ ਲਿਆ ਜਾਂਦਾ ਅਤੇ ਕੋਰਟ ਦੇ ਸਟੇ ਤੋਂ ਬਾਅਦ ਮਾਮਲਾ ਪੂਰਾ ਸਾਹਮਣੇ ਆਉਂਦਾ ਤੇ EO ਵੱਲੋਂ ਖੁਦ ਪਾਰਟੀ ਬਣਨ ਨੂੰ ਲੈ ਕੇ ਕੋਰਟ ਦਾ ਰੁਖ ਅਖਤਿਆਰ ਕੀਤਾ ਜਾਂਦਾ ਕਿ ਉਸ ਨੂੰ ਵੀ ਇਸ ਦਾ ਜੋ ਕਹਿ ਸਕਦੇ ਇੱਕ ਪਾਰਟ ਬਣਾਇਆ ਜਾਵੇ, ਹਿੱਸਾ ਬਣਾਇਆ ਜਾਵੇ, ਕਿਉਂਕਿ ਇਹ ਪੂਰੀ ਜੋ ਆਬਾਦੀ ਦੇ ਜ਼ਮੀਨ ਹੈ ਬਨੂੜ ਨਗਰ ਕੌਂਸਲ ਦੇ ਅਧੀਨ ਆਉਂਦੀ ਆ ਅਤੇ ਇਸ ਨਗਰ ਕੌਂਸਲ ਦੇ ਅਧੀਨ ਆਉਂਦੀ ਇਸ ਜ਼ਮੀਨ ਨੂੰ ਕੋਈ ਵੀ ਵਿਅਕਤੀ ਵੇਚ ਨਹੀਂ ਸਕਦਾ। ਜਿਸ ਤੋਂ ਬਾਅਦ ਪਰਤਾਂ ਤੇ ਪਰਤਾਂ ਜੁੜਦੀਆਂ ਜਾਂਦੀਆਂ ਨੇ ਅਤੇ ਬਹੁਤ ਸਾਰੇ ਨਾਮ ਹੈ ਉਹ ਸਾਹਮਣੇ ਆਉਣੇ ਸ਼ੁਰੂ ਹੋ ਜਾਂਦੇ ਨੇ। ਬਨੂੜ ਦੀ ਉਹ ਕਰੋੜਾਂ ਰੁਪਏ ਦੀ ਜ਼ਮੀਨ ਜਿਸ ਦੀਆਂ ਰਜਿਸਟਰੀਆਂ ਹੋ ਚੁੱਕੀਆਂ ਨੇ, ਪਰ FIR ਦਰਜ ਹੋਣ ਤੋਂ ਬਾਅਦ FIR ਕੈਂਸਲ ਹੋਣ ਦੇ ਲਈ ਕੋਰਟ ਦੇ ਵਿੱਚ ਭੇਜ ਦਿੱਤੀ ਆ। ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਜੋ ਬਨੂੜ ਦੇ ਲੋਕਲ ਲੋਕ ਨੇ, ਹਾਲਾਂਕਿ ਪੂਰੇ ਕਾਗਜ਼ ਪੱਤਰ ਇਹਨਾਂ ਕੋਲ ਆ। ਭਾਜੀ ਪੂਰਾ ਨਾਮ ਕੀ ਆ? ਮੇਰਾ ਨਾਮ ਬਲਵੀਰ ਸਿੰਘ ਹੈ ਜੀ। ਕੀ ਕਹਿਣਾ ਚਾਹੋਗੇ ਇਹ ਆਬਾਦੀ ਦੇ ਜ਼ਮੀਨ ਇਸ ਬਾਰੇ ਕੀ ਕੁਝ ਜਾਣਕਾਰੀ ਹੈ ਤੁਹਾਡੇ ਕੋਲ? ਤੁਸੀਂ ਬਨੂੜ ਤੇ ਰਹਿਣਾ। ਭਾਈ ਸਾਹਿਬ ਮੇਰਾ ਜਿਹੜਾ ਹੈ 1964-65 ਦਾ ਜਨਮ ਹੈ ਤੇ ਉਦੋਂ ਤੋਂ ਇਹ ਜ਼ਮੀਨ ਜਿਹੜੀ ਹੈ ਖਾਲੀ ਦੇਖਦੇ ਆ, ਆਬਾਦੀ ਦੇ ਦੇਖਦੇ ਆ। ਛੋਟੇ ਛੋਟੇ ਅਸੀਂ ਖੇਡਦੇ ਹੁੰਦੇ ਸੀਗੇ ਇਹ, ਲੇਕਿਨ ਇਹ ਪਤਾ ਨਹੀਂ ਹੁਣ ਗਾਂ ਤੋਂ ਗਾਂ ਕਿਹੜੇ ਇਹਦੇ ਵਿੱਚ ਮਾਲਕ ਜੰਮੀ ਜਾਂਦੇ ਆ, ਕਦੀ ਕੋਈ ਜੰਮੀ ਜਾਂਦਾ ਕਦੇ ਕੋਈ ਜੰਮੀ ਜਾਂਦਾ, ਪਤਾ ਨਹੀਂ ਲੱਗਦਾ ਕਿਸ ਤਰੀਕੇ ਨਾਲ ਇੱਥੇ ਵਿਕ ਗਈ, ਕਿਸ ਤਰੀਕੇ ਨਾਲ ਇਹਦੀ ਰਜਿਸਟਰੀਆਂ ਹੋ ਗਈਆਂ, ਕੁਝ ਨਹੀਂ ਪਤਾ ਲੱਗਦਾ। ਸੱਤਾਧਾਰੀ ਪਾਰਟੀ ਦੀ ਮਿਲੀ ਭੁਗਤ ਹੈ ਜਾਂ ਕਿਸੇ ਹੋਰ ਦੀ ਹੈ, ਸਾਨੂੰ ਭਾਈ ਸਾਹਿਬ ਦਾ ਪਤਾ ਨਹੀਂ ਲੱਗਦਾ। 1960 ਤੋਂ 65 ਤੋਂ ਮਤਲਬ ਕਿ ਸਾਡੇ ਬਜ਼ੁਰਗ ਇੱਥੇ ਰਹਿ ਰਹੇ ਆ ਔਰ 1900 ਲਗਭਗ 70 ਤੋਂ ਤਾਂ ਮੈਂ ਦੇਖ ਰਿਹਾ ਇੱਥੇ ਕੁਝ ਨਹੀਂ ਹੁੰਦਾ ਸੀ। ਛੋਟੇ ਛੋਟੇ ਇੱਥੇ ਪੇੜ ਪੁੜ ਲਾਉਂਦੇ ਹੁੰਦੇ ਸੀਗੇ, ਫਸਲ ਕੱਟਦੇ ਸੀਗੇ। ਜਮਾਂ ਵਿਹਲੀ ਪਈ ਹੈ ਜ਼ਮੀਨ, ਪਰ ਆਬਾਦੀ ਦੇ ਜ਼ਮੀਨ ਹੈ। ਆਬਾਦੀ ਦੇ ਜ਼ਮੀਨ ਹੈ ਇਹ। ਇਹਦੇ ਕਿਰਾਏਦਾਰ ਹੈਗੇ ਨੇ? ਇਹਦੇ ਕਿਰਾਏਦਾਰ ਹੁੰਦੇ ਸੀ, ਵੱਖ-ਵੱਖ ਟਾਈਮ ਤੇ ਵੱਖ-ਵੱਖ ਆਉਂਦੇ ਜਾਂਦੇ ਰਹੇ ਆ, ਲੇਕਿਨ ਅੱਜ ਦਾ ਇਹਦੇ ਸਟੇਟਸ ਪਤਾ ਨਹੀਂ ਇਹਦਾ ਅੱਜ ਦਾ ਕੀ ਹਾਲ ਹੈ ਕਿ ਕਿਵੇਂ ਹੋਈਆਂ ਰਜਿਸਟਰੀਆਂ ਤੇ ਕਿਵੇਂ ਕੈਂਸਲ ਹੋਈਆਂ, ਇਹਦੀ ਲੜਾਈ ਕੀ ਹੈ ਸਾਡੇ ਤਾਂ ਸਮਝ ਨਹੀਂ ਆ ਰਹੀ। ਭਾਜੀ ਕਿਰਾਏਦਾਰਾਂ ਤੋਂ ਮਾਲਕ ਬਣ ਚੁੱਕੇ ਨੇ ਇੱਕ ਤਰੀਕੇ ਦੇ ਨਾਲ ਕਹਾਂਗੇ, ਰਜਿਸਟਰੀਆਂ ਹੋ ਰਹੀਆਂ ਨੇ, ਲਗਾਤਾਰ ਰਜਿਸਟਰੀਆਂ ਹੋ ਰਹੀਆਂ ਨੇ, FIR ਵੀ ਹੋਈ, FIR ਕੈਂਸਲੇਸ਼ਨ ਜਿਹੜੀ ਪਹੁੰਚੀ ਹੈ ਕੋਰਟ ਦੇ ਵਿੱਚ। ਕਿਸ ਤਰੀਕੇ ਦੇ ਨਾਲ ਦੇਖਦੇ ਇਸ ਪੂਰੇ ਮੈਟਰ? ਇਹ ਜੀ ਮੇਨ ਤਾਂ ਗੱਲ ਇਹ ਸੀਗੀ, ਇਹ ਪਹਿਲਾਂ ਜ਼ਮੀਨ ਹੁੰਦੀ ਸੀ ਇੱਥੇ ਇੱਕ ਪਿੰਡ ਹੁੰਦਾ ਸੀਗਾ ਜੀ। ਪਿੰਡ ਤੋਂ ਬਾਅਦ ਜਦੋਂ ਇਹ ਨਗਰ ਕੌਂਸਲ ਦੀ ਹਦੂਦ ਦੇ ਅੰਦਰ ਆਈ, ਇਹ ਫਿਰ ਨਗਰ ਕੌਂਸਲ ਦੇ ਅੰਦਰ ਆਉਣ ਕਰਕੇ ਦੇਹਵਾਦੀ ਪਿੰਡ ਦੀ ਸੀਗੀ ਤੇ ਨਗਰ ਕੌਂਸਲ ਦੀ ਮਲਕੀਅਤ ਹੋ ਗਈ। ਜਦੋਂ ਪਿੰਡ 'ਚ ਸੀਗੀ ਨਾ ਉਸ ਸਮੇਂ ਠੇਕੇ ਤੇ ਲੋਕ ਲੈ ਕੇ ਜ਼ਮੀਨਾਂ ਇੱਥੇ ਆਪਣੀ ਵਾਹਵਾਹੀ ਕਰਦੇ ਸੀਗੇ ਜਾਂ ਆਪਣੇ ਪੇੜ ਵਗੈਰਾ ਲਾਉਂਦੇ ਸੀਗੇ। ਉਸ ਕਰਕੇ ਉਸ ਸਮੇਂ ਉਹਨਾਂ ਦੇ ਨਾਂ ਗਦੌਰੀਆਂ ਚੜ੍ਹ ਗਈ ਸੀਗੀ। ਗਦੌਰੀਆਂ ਦਾ ਮਤਲਬ ਇਹ ਨਹੀਂ ਕਿ ਉਹ ਮਾਲਕ ਬਣ ਗਏ, ਉਹ ਕਸ਼ਤਕਾਰ ਹੁੰਦਾ ਜਿਹੜਾ ਗਦੌਰੀ, ਜਿਹਦੇ ਨਾਲ ਗਦੌਰੀ ਚੜ੍ਹਦੀ ਹੈ। ਤੇ ਉਹਨਾਂ ਨੇ ਪ੍ਰਸ਼ਾਸਨ ਦੇ ਕੁਝ ਲੋਕਾਂ ਦੇ ਨਾਲ ਮਿਲ ਕੇ ਜਾਲੀ ਤਰੀਕੇ ਦੇ ਨਾਲ ਇਹਦੀਆਂ ਰਜਿਸਟਰੀਆਂ ਕਰਾਈਆਂ ਤੇ ਜਦੋਂ ਸਾਡੇ ਨਗਰ ਕੌਂਸਲ ਦੇ EO ਗੁਰਦੀਪ ਸਿੰਘ ਭੋਗਲ ਜੀ ਦੇ ਧਿਆਨ 'ਚ ਪੂਰਾ ਮਸਲਾ ਆਇਆ, ਉਹਨਾਂ ਨੇ ਪੂਰੇ ਕਾਗਜ਼ ਫਰੋਲੇ ਤੇ ਇਸ ਮਾਮਲੇ ਦੇ ਵਿੱਚ FIR ਦਰਜ ਕਰਾਈ। ਨਗਰ ਕੌਂਸਲ ਵਰਸਸ ਨਗਰ ਕੌਂਸਲ ਦੇ ਰਿਟਾਇਰਡ ਮੁਲਾਜ਼ਮ ਹੈ, ਕਿਉਂਕਿ ਇੱਕ ਰਿਟਾਇਰਡ ਮੁਲਾਜ਼ਮ ਵੱਲੋਂ ਕਿਹਾ ਜਾ ਰਿਹਾ ਕਿ ਜ਼ਮੀਨ ਹਦੂਦ ਜੋ ਨਗਰ ਕੌਂਸਲ ਦੀ ਪੈਂਦੀ ਹੈ, ਦੂਸਰੇ ਤਰਫ ਬੰਦਾ ਕਹਿ ਰਿਹਾ ਕਿ ਇਸ ਨਾਲ ਕੋਈ ਲੈਣਾ ਦੇਣਾ। ਬਿਲਕੁਲ ਜੀ ਬਿਲਕੁਲ। ਦੇਖੋ ਇੱਕ ਪਾਸੇ ਤਾਂ EO ਦਾ ਉਹਦਾ ਕਲਰਕ ਨਾਲੋਂ ਵੱਡਾ ਹੁੰਦਾ ਤੇ ਉਹਨੇ ਇਹਦੇ ਤੇ ਸਾਰੇ ਸਬੂਤਾਂ ਦੇ ਨਾਲ ਉਹਨਾਂ 32-33 ਬੰਦਿਆਂ ਦੇ ਪਰਚੇ ਦਰਜ ਕਰਾਏ ਨੇ ਤੇ ਦੂਜੇ ਪਾਸੇ ਅੱਜ ਇੱਕ ਕਲਰਕ ਉੱਠ ਕੇ ਇਹ ਗੱਲ ਕਹਿ ਦਿੰਦਾ ਕਿ ਭਾਈ ਸਾਡੀ 2011 ਤੋਂ ਲੈ ਕੇ ਹੁਣ ਤੱਕ ਇਹਦੇ ਨਾਲ ਕਿਸੇ ਵੀ ਵਿਅਕਤੀ ਨਾਲ ਕੋਈ ਗੜਬੜ ਨਹੀਂ ਕੀਤੀ, ਕੋਈ ਗੈਰ ਕਾਨੂੰਨੀ ਰਜਿਸਟਰੀ ਨਹੀਂ ਹੋਈ। ਦੇਖੋ ਇਹਦੇ 'ਚ ਤਾਂ ਸਿੱਧਾ ਪਤਾ ਲੱਗਦਾ ਜਾਂ ਤਾਂ ਕੋਈ ਸੱਤਾਧਾਰੀ ਪਾਰਟੀ ਦਾ ਕੋਈ ਵਿਅਕਤੀ
ਉਸ ਕਲਰਕ ਨੂੰ ਦਬਾਅ 'ਚ ਪਾ ਰਿਹਾ ਜਾਂ ਕੋਈ ਵੱਡੇ ਲਾਲਚ ਦੇ ਵਿੱਚ ਆ ਕੇ ਇਹ ਸਾਰੀ ਗੇਮ ਖੇਲੀ ਜਾ ਰਹੀ ਹੈ। ਕਿਉਂਕਿ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਕਿ ਇਸ ਤੇ ਪੂਰੀ ਦੁਬਾਰਾ ਜਾਂਚ ਹੋ ਕੇ, ਕਿਉਂਕਿ ਜੇ ਇਹ FIR ਗਲਤ ਸੀਗੀ, ਜੇ ਹੁਣ ਕੈਂਸਲੇਸ਼ਨ ਹੋ ਰਹੀ ਹੈ, ਜੇ FIR ਗਲਤ ਸੀਗੀ ਉਸ ਸਮੇਂ ਕਿੱਦਾਂ ਕੀਤੀ ਗਈ। ਖਾਸ ਤੌਰ ਤੇ ਬਨੂੜ ਦੇ ਲੋਕ ਜਿਨ੍ਹਾਂ ਵੱਲੋਂ ਇਸ ਜ਼ਮੀਨ ਨੂੰ ਕਹਿ ਸਕਦੇ ਛੋਟੇ ਹੁੰਦਿਆਂ ਤੋਂ ਦੇਖਿਆ ਜਾ ਰਿਹਾ ਹੈ ਕਿ ਇਹ ਜ਼ਮੀਨ ਇਸੇ ਤਰ੍ਹਾਂ ਇੱਥੇ ਪਈ ਹੋਈ ਹੈ, ਆਬਾਦੀ ਦੇ ਜ਼ਮੀਨ ਹੈ, ਮਲਕੀਅਤ ਜੋ ਨਗਰ ਕੌਂਸਲ ਬਨੂੜ ਦੀ ਇਸ ਦੇ ਉੱਪਰ ਹੈ, ਪਰ ਇਸ ਨੂੰ ਕਿਸ ਤਰੀਕੇ ਦੇ ਨਾਲ ਅੱਗੇ ਵੇਚਿਆ ਗਿਆ ਅਤੇ ਖਾਸ ਤੌਰ ਤੇ FIR ਕਿਸ ਤਰੀਕੇ ਦੇ ਨਾਲ ਹੋਈ। ਜੇਕਰ FIR ਉਸ ਸਮੇਂ ਸਹੀ ਸੀਗੀ ਤਾਂ ਹੁਣ ਕੈਂਸਲ ਕਿਸ ਤਰੀਕੇ ਦੇ ਨਾਲ ਕਰ ਦਿੱਤੀ ਗਈ। ਜੇਕਰ ਉਸ ਸਮੇਂ ਜੋ FIR ਹੁਣ ਕੈਂਸਲ ਕੀਤੀ ਗਈ ਆ ਉਹ ਸਹੀ ਹੈ ਤਾਂ FIR ਦਰਜ ਕਿਸ ਤਰੀਕੇ ਦੇ ਨਾਲ ਕੀਤੀ ਗਈ, ਜਾਣੀ ਕਿ ਕਿਤੇ ਨਾ ਕਿਤੇ ਹੇਰਾਫੇਰੀ ਜ਼ਰੂਰ ਹੋਈ ਹੈ। ਤਾਂ ਉਸ ਸਭ ਨੂੰ ਲੈ ਕੇ ਹੁਣ ਕਾਰਵਾਈ ਦੀ ਮੰਗ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ। 2019 ਦੇ ਵਿੱਚ ਇੱਕ ਸ਼ਿਕਾਇਤ ਦਰਜ ਕਰਵਾਈ ਜਾਂਦੀ ਆ ਉਸ ਸਮੇਂ ਦੇ ਨਗਰ ਕੌਂਸਲ ਬਨੂੜ ਦੇ EO ਗੁਰਦੀਪ ਸਿੰਘ ਭੋਗਲ ਹੋਰਾਂ ਵੱਲੋਂ, ਕਿਉਂਕਿ ਬਨੂੜ ਦੇ ਵਿੱਚ ਜੋ 2 ਕਰੋੜੀ ਜ਼ਮੀਨ ਘਟਾਲਾ ਹੋਇਆ ਸੀਗਾ ਉਸ ਨੂੰ ਲੈ ਕੇ ਜਿਸ ਸਮੇਂ ਸ਼ਿਕਾਇਤ SSP ਪਟਿਆਲਾ ਕੋਲ ਪਹੁੰਚਦੀ ਹੈ ਤਾਂ ਉਸ ਤੋਂ ਬਾਅਦ ਪੂਰੀ ਸ਼ਿਕਾਇਤ ਦੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ 2019 ਦੇ ਵਿੱਚ ਇਸ ਪੂਰੀ ਸ਼ਿਕਾਇਤ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਜਾਂਦਾ ਅਤੇ ਵੱਖ-ਵੱਖ ਲੋਕਾਂ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਜਾਂਦਾ। ਹਾਲਾਂਕਿ 2021 ਦੇ ਵਿੱਚ ਜਾ ਕੇ ਇਹਨਾਂ ਗ੍ਰਿਫਤਾਰ ਲੋਕਾਂ ਦੇ ਵਿੱਚੋਂ ਇੱਕ ਵਿਅਕਤੀ ਜਗਤਾਰ ਸਿੰਘ ਵੱਲੋਂ ਦੁਬਾਰਾ ਤੋਂ SSP ਕੋਲ ਪਹੁੰਚ ਕੀਤੀ ਜਾਂਦੀ ਹੈ, SSP ਪਟਿਆਲਾ ਕੋਲ ਪਹੁੰਚ ਕੀਤੀ ਜਾਂਦੀ ਹੈ ਅਤੇ ਕਿਹਾ ਜਾਂਦਾ ਕਿ ਜੋ ਉਹਨਾਂ ਦੇ ਉੱਪਰ ਦੋਸ਼ ਲਗਾਏ ਗਏ ਨੇ ਉਹ ਦੋਸ਼ ਬਿਲਕੁਲ ਗਲਤ ਨੇ। ਜਿਸ ਤੋਂ ਬਾਅਦ ਦੁਬਾਰਾ ਇਸ ਮਸਲੇ ਤੇ ਇਨਵੈਸਟੀਗੇਸ਼ਨ ਹੁੰਦੀ ਹੈ ਅਤੇ 2022 ਦੇ ਮਾਰਚ ਮਹੀਨੇ ਦੇ ਵਿੱਚ ਜਾ ਕੇ DSP ਹੈੱਡਕੁਆਟਰ ਨੂੰ ਇੱਕ ਜਾਂਚ ਹੈ ਜੋ ਮਾਰਕ ਕੀਤੀ ਗਈ ਸੀਗੀ ਉਸ ਜਾਂਚ ਦੇ ਵਿੱਚ ਮੁਕੰਮਲ ਹੋ ਜਾਂਦਾ, ਜਿਸ ਦੇ ਵਿੱਚ ਖਾਸ ਤੌਰ ਤੇ ਕਹਿ ਸਕਦੇ ਹਾਂ ਕਿ ਉਸ ਸਮੇਂ ਜੋ ਮਾਲ ਵਿਭਾਗ ਹੈ ਉਸ ਤੋਂ ਜਾਂਚ ਪੜਤਾਲ ਕੀਤੀ ਜਾਂਦੀ ਹੈ ਅਤੇ ਇਹ ਜੋ ਨਗਰ ਕੌਂਸਲ ਬਨੂੜ ਹੈ ਉਸ ਦੇ ਅਧਿਕਾਰੀਆਂ ਤੋਂ ਜਾਂਚ ਪੜਤਾਲ ਕੀਤੀ ਜਾਂਦੀ ਹੈ, ਜਿਸ ਦੇ ਵਿੱਚ ਇਹ ਸਪਸ਼ਟ ਹੁੰਦਾ ਹੈ ਕਿ ਜੋ ਰਜਿਸਟਰੀਆਂ ਨੇ ਉਹ ਪਿਛਲੇ ਕੁਝ ਸਮੇਂ ਦੇ ਵਿੱਚ ਇਸ ਜ਼ਮੀਨ ਦੀਆਂ ਆਬਾਦੀ ਦੇ ਜ਼ਮੀਨ ਦੀਆਂ ਪਾਈਆਂ ਗਈਆਂ ਨੇ, ਜਿਸ ਕਰਕੇ ਕੋਈ ਵੀ ਹੇਰਾਫੇਰੀ ਸਾਹਮਣੇ ਨਹੀਂ ਆਉਂਦੀ। ਜਿਸ ਤੋਂ ਬਾਅਦ ਸਤੰਬਰ ਮਹੀਨੇ ਦੇ ਵਿੱਚ ਜਾ ਕੇ SP ਇਨਵੈਸਟੀਗੇਸ਼ਨ ਪਟਿਆਲਾ ਨੂੰ ਇਹ ਪੂਰੀ ਜਾਂਚ ਭੇਜੀ ਜਾਂਦੀ ਹੈ ਅਤੇ ਉਹਨਾਂ ਵੱਲੋਂ ਵੀ ਇਸ ਜਾਂਚ ਨੂੰ ਮੁਕੰਮਲ ਕਰਨ ਤੋਂ ਬਾਅਦ ਦੱਸਿਆ ਜਾਂਦਾ ਹੈ ਕਿ ਕੋਈ ਵੀ ਹੇਰਾਫੇਰੀ ਇਸ ਦੇ ਵਿੱਚ ਸਾਹਮਣੇ ਨਹੀਂ ਆਈ। ਜਿਸ ਤੋਂ ਬਾਅਦ 1 ਅਕਤੂਬਰ 2022 ਨੂੰ ਇਸ ਰਿਪੋਰਟ ਨੂੰ ਲੈ ਕੇ ਪੂਰੇ ਮਾਮਲੇ ਨੂੰ ਲੈ ਕੇ ਕੈਂਸਲ FIR ਇੱਕ ਦਾਇਰ ਜੋ ਕੋਰਟ ਦੇ ਵਿੱਚ ਕੀਤੀ ਜਾਂਦੀ ਹੈ। ਚੰਡੀਗੜ੍ਹ ਦੇ ਨਾਲ ਲੱਗਦੇ ਬਨੂੜ ਦੇ ਵਿੱਚ 2 ਕਰੋੜੀ ਜ਼ਮੀਨ ਘਟਾਲਾ ਹੋਇਆ ਸੀਗਾ, ਜਿਸ ਨੂੰ ਲੈ ਕੇ ਲਗਾਤਾਰ ਨਵੀਆਂ ਪਰਤਾਂ ਖੁੱਲ੍ਹਦੀਆਂ ਗਈਆਂ। ਹਾਲਾਂਕਿ ਉਹਨਾਂ ਪਰਤਾਂ ਤੋਂ ਬਾਅਦ FIR ਵੀ ਰਜਿਸਟਰ ਹੋਈ ਅਤੇ FIR ਰਜਿਸਟਰ ਹੋਣ ਤੋਂ ਕੁਝ ਸਮਾਂ ਬਾਅਦ ਅਦਾਲਤ ਦੇ ਵਿੱਚ FIR ਕੈਂਸਲ ਕਰਨ ਦੀ ਰਿਪੋਰਟ ਵੀ ਦਾਇਰ ਕੀਤੀ ਗਈ। ਹਾਲਾਂਕਿ ਹੁਣ ਉਸ ਮਾਮਲੇ ਤੇ ਦੁਬਾਰਾ ਜਾਂਚ ਪੜਤਾਲ ਹੋ ਰਹੀ ਹੈ ਕੀ ਕੁਝ ਪੂਰਾ ਮਾਮਲਾ ਹੈ। ਸਾਡੇ ਨਾਲ ਸ਼ਿਕਾਇਤਕਰਤਾ ਅਤੇ ਸਾਬਕਾ EO ਉਸ ਸਮੇਂ EO ਸਨ ਜਿਸ ਸਮੇਂ ਇਹ ਕਹਿ ਸਕਦੇ ਘਟਾਲਾ ਸਾਹਮਣੇ ਆਇਆ ਸੀ, ਉਹਨਾਂ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀਗੀ। ਗੁਰਦੀਪ ਸਿੰਘ ਭੋਗਲ ਜੀ ਮੌਜੂਦ ਨੇ। ਭੋਗਲ ਸਾਹਿਬ, ਸਭ ਤੋਂ ਪਹਿਲਾਂ ਜੀ ਮੀਡੀਆ ਤੇ ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਇਹ ਭੋਗਲ ਸਾਹਿਬ, ਮੇਰਾ ਸਭ ਤੋਂ ਪਹਿਲਾਂ ਸਵਾਲ ਹੋਏਗਾ ਪੂਰਾ ਮਾਮਲਾ ਕੀ ਹੈ? 2 ਕਰੋੜੀ ਜ਼ਮੀਨ ਘਟਾਲਾ ਹੈ, ਇਸ ਦੇ ਵਿੱਚ ਮਾਮਲਾ ਕੀ ਹੈ ਪੂਰਾ? ਸਰ, ਮੇਰੀ ਬਨੂੜ 'ਚ ਪੋਸਟਿੰਗ ਐਜ਼ ਏ EO 2018 'ਚ ਹੋਈ ਸੀਗੀ। ਸਤੰਬਰ 20 'ਚ ਮੇਰੀ ਰਿਟਾਇਰਮੈਂਟ ਹੋ ਗਈ। ਮੇਰੀ ਟੈਨਿਓਰ 'ਚ ਉੱਥੇ 2 ਪਾਰਟੀਆਂ ਦਾ ਝਗੜਾ ਹੋਇਆ। ਸਾਡਾ ਬੋਰਡ ਪੱਟਿਆ ਗਿਆ। ਬੋਰਡ ਪੱਟ ਕੇ ਉਹ ਪਾਰਟੀਆਂ ਆਪਣਾ ਹੱਕ ਜਿਤਾ ਰਹੀਆਂ ਸਨ। ਜਦੋਂ ਮੇਰੇ ਕੋਲ ਸ਼ਿਕਾਇਤਾਂ ਪਹੁੰਚੀਆਂ ਤਾਂ ਮੈਂ ਇਹਦੀ ਪੜਤਾਲ ਕਰਵਾਈ ਕੀ ਹੈ, ਤਾਂ ਪਤਾ ਲੱਗਿਆ ਵੀ ਇਹ ਮੋਹਾਲੀ ਕੋਰਟ ਦੇ ਵਿੱਚ ਇਹ ਮਾਜਰਾ ਪੈਂਡਿੰਗ ਹੈ। ਫਿਰ ਮੈਂ ਉੱਥੇ ਆਪਣਾ ਪਾਰਟੀ ਬਣਿਆ। ਪਾਰਟੀ ਬਣ ਕੇ ਮੈਂ ਸਾਰਾ ਮਾਨਯੋਗ ਕੋਰਟ ਨੂੰ ਕਲੀਅਰ ਕੀਤਾ ਵੀ ਇਹ ਆਬਾਦੀ ਦੇ ਜ਼ਮੀਨ ਹੈ, ਇਹ ਗੈਰ ਮਰੂਸੀ ਟੈਨੈਂਟ ਹੈ, ਇਹਨਾਂ ਦਾ ਮਾਲਕੀ ਨਾਲ ਕੋਈ ਸੰਬੰਧ ਨਹੀਂ। ਨਗਰ ਕੌਂਸਲ ਇਹਨਾਂ ਦੀ ਕੇਅਰ ਟੇਕਰ ਹੈ। ਨਗਰ ਕੌਂਸਲ ਕੇਅਰ ਟੇਕਰ ਹੈ, ਪਰ ਜੋ ਲੜ ਰਹੇ ਸਨ ਉਹ ਇੱਕ ਤਰ੍ਹਾਂ ਦੇ ਕਿਰਾਏਦਾਰ ਸੀਗੇ ਕਹਿ ਸਕਦੇ। ਉਹ ਗੈਰ ਮਰੂਸੀ ਟੈਨੈਂਟ, ਯਾਨੀ ਕਿ ਉਹਨਾਂ ਨੂੰ ਨਾ ਤਾਂ ਉਹ ਮਾਲਕ ਹੈ ਨਾ ਉਹ ਵੇਚ ਸਕਦੇ ਆ। FIR ਕਦੋਂ ਹੋਈ? ਜਦੋਂ ਤੁਸੀਂ ਇਹ 2 ਰਿਟਾਂ ਦੇਖੀਆਂ, ਖਾਸ ਤੌਰ ਤੇ ਜਿਸ ਦੇ ਵਿੱਚ ਡਾਇਰੈਕਸ਼ਨ ਦਿੱਤੀ ਗਈ ਸੀ ਕਿ ਇੱਕ ਜਿਹੜੀ ਗੈਰ ਮਰੂਸੀ ਜਗ੍ਹਾ ਇਸ ਦੀ ਤਬਦੀਲੀ ਨਹੀਂ ਕੀਤੀ ਜਾ ਸਕਦੀ, ਕੋਈ ਵੀ ਇਸ ਦਾ ਮਾਲਕ ਨਹੀਂ ਬਣ ਸਕਦਾ, ਫਿਰ ਇਸ ਤੋਂ ਬਾਅਦ ਕੜੀ ਕਿਸ ਤਰੀਕੇ ਨਾਲ ਜੁੜੀ? ਸਾਡੇ ਜਿਹੜੇ ਉਸ ਨਗਰ ਕੌਂਸਲ ਦੇ LA ਸੀਗੇ, ਯਾਨੀ ਕਿ ਵਕੀਲ ਸੀਗੇ, ਮੈਂ ਉਹਨਾਂ ਤੋਂ ਸਾਰਾ ਰਿਕਾਰਡ ਭੇਜਿਆ, ਸਾਰੀ ਮਾਨਯੋਗ ਹਾਈ ਕੋਰਟ ਦੇ ਫੈਸਲੇ ਪਿੱਛੇ ਉਹਨਾਂ ਤੋਂ ਲੀਗਲ ਰਾਏ ਹਾਸਲ ਕੀਤੀ। ਉਹਨਾਂ ਨੇ ਲੀਗਲ ਰਾਏ 'ਚ ਕਿਹਾ ਵੀ ਸਾਰਾ ਇਲੀਗਲ ਹੈ। ਉਹਨਾਂ ਦੀ ਲੀਗਲ ਰਾਏ 12/11/18 ਨੂੰ ਪ੍ਰਾਪਤ ਹੋਈ ਤੇ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਨਕਸ਼ੇ ਪਾਸ ਕਰਾਏ ਇਹ ਲੀਗਲ ਹੈ, ਗੈਰ ਕਾਨੂੰਨੀ ਹੈ, ਇਹ ਸਿਰਫ ਤੇ ਸਿਰਫ ਗੈਰ ਮਰੂਸੀ ਟੈਨੈਂਟ ਹੈ,
ਇਹਨਾਂ ਨੂੰ ਵੇਚਣ ਦਾ ਕੋਈ ਅਧਿਕਾਰ ਨਹੀਂ ਹੈ। ਰਜਿਸਟਰੀਆਂ ਜਿਹੜੀ ਅੱਗੇ ਤੋਂ ਅੱਗੇ ਰਜਿਸਟਰੀਆਂ ਹੋਈਆਂ ਉਹ ਇਲੀਗਲ ਹੈ, ਗੈਰ ਕਾਨੂੰਨੀ ਹੈ। ਇੱਕ ਕਮੇਟੀ ਇਹਨੂੰ ਕੈਂਸਲ ਕਰਨਾ ਬਣਦਾ ਹੈ। ਫਿਰ ਕੈਂਸਲ ਕੀਤੇ ਗਏ ਉਹਨੂੰ? ਫਿਰ ਕਮੇਟੀ ਵੱਲੋਂ ਮਤਾ ਪਾਸ ਕੀਤਾ ਗਿਆ 291 12/11/18 ਨੂੰ, ਫਿਰ 305 14/12/18 ਨੂੰ, ਯਾਨੀ ਕਿ ਇੱਕ 11ਵੇਂ ਮਹੀਨੇ 'ਚ ਪਾਸ ਹੋਇਆ 18 'ਚ, ਇੱਕ 12ਵੇਂ ਮਹੀਨੇ 'ਚ 18 ਹੋਇਆ। ਇਹਦੇ ਵਿੱਚ ਸਰਬਸੰਮਤੀ ਨਾਲ ਕੌਂਸਲਾਂ ਵੱਲੋਂ, ਮਿਊਨਿਸਪਲ ਕਾਉਂਸਲ ਬੋਡੀ ਵੱਲੋਂ ਇਹ ਕਿਹਾ ਗਿਆ ਵੀ ਇਹ ਇਲੀਗਲ ਹੈ, ਗੈਰ ਕਾਨੂੰਨੀ ਹੈ। ਵੀ ਜਿਹੜੀ ਇਹਦੀ ਹੈ, ਇੱਕ ਤਾਂ ਮਾਨਯੋਗ SSP ਸਾਹਿਬ ਨੂੰ ਰਿਪੋਰਟ ਭੇਜੀ ਜਾਵੇ FIR ਦਰਜ ਕਰਨ ਬਾਰੇ, ਦੂਜਾ DC ਸਾਹਿਬ ਨੂੰ ਰਿਪੋਰਟ ਭੇਜੀ ਜਾਵੇ ਤਾਂ ਕਿ ਇਹਦੀ ਰਜਿਸਟਰੀਆਂ ਦੀ ਇਨਕੁਆਇਰੀ ਹੋਵੇ, ਤੀਜਾ ਮਾਨਯੋਗ ਸਿਵਲ ਕੋਰਟ ਵਿੱਚ ਇਹਦੀ ਕੈਂਸਲੇਸ਼ਨ ਵਾਸਤੇ ਕਾਰਵਾਈ ਕੀਤੀ ਜਾਵੇ। ਉਹ ਤਿੰਨੇ ਕਾਰਵਾਈਆਂ ਆਰੰਭ ਹੋ ਗਈਆਂ। FIR ਦੇ ਵਿੱਚ ਜੋ DRO ਨੇ ਉਹਨਾਂ ਦਾ ਇੱਕ ਕਹਿ ਸਕਦੇ ਮਾਲ ਵਿਭਾਗ ਦੇ ਅਫਸਰਾਂ ਦਾ ਇੱਕ ਜ਼ਿਕਰ ਕੀਤਾ ਗਿਆ ਹੈ, ਜੋ FIR ਕੈਂਸਲ ਕੀਤੀ ਗਈ ਹੈ, ਕਿਉਂਕਿ ਕੈਂਸਲੇਸ਼ਨ ਰਿਪੋਰਟ ਦਿੱਤੀ ਗਈ ਹੈ, ਜਿਸ ਦੇ ਵਿੱਚ ਖਾਸ ਤੌਰ ਤੇ ਕਿਹਾ ਗਿਆ ਕਿ ਇਸ ਸਮੇਂ ਤੇ ਕਾਸ਼ਤਕਾਰ ਸਮੇਂ-ਸਮੇਂ ਤੇ ਬਦਲਦੇ ਰਹੇ। ਇੱਕ ਉਦੋਂ ਤੋਂ ਕਹਿ ਸਕਦੇ ਕਿ ਇਹ ਕਾਫੀ ਇੱਕ ਵੱਡਾ ਨੈਕਸਸ ਮੰਨ ਸਕਦੇ। ਸਰ ਇਸ ਤਰ੍ਹਾਂ ਕਿ ਜਿੰਨਾ ਮੈਂ ਰਿਕਾਰਡ ਮੈਨੂੰ ਅਵੇਲੇਬਲ ਹੋਇਆ ਮੇਰੇ ਦਫ਼ਤਰੋਂ ਜਾਂ ਰੈਵਨਿਊ ਡਿਪਾਰਟਮੈਂਟ ਤੋਂ, ਇਹ ਪਿਛਲੇ 25-30 ਸਾਲਾਂ ਤੋਂ ਮਸਲਾ ਚੱਲਿਆ ਆ ਰਿਹਾ। ਇੱਕ ਰਜਿਸਟਰੀ ਦੂਜੀ ਤੋਂ ਤੀਜੀ ਤੋਂ ਚੌਥੀ, ਉਹੀ ਰਜਿਸਟਰੀ ਅੱਗੇ ਤੋਂ ਅੱਗੇ ਓਨਰਸ਼ਿਪ ਟੁਕੜਿਆਂ 'ਚ ਸ਼ਿਫਟ ਹੁੰਦੀਆਂ ਗਈਆਂ ਤੇ ਇਹ 25-30 ਸਾਲਾਂ ਤੋਂ ਚੱਲ ਰਿਹਾ ਸੀ ਸਾਰਾ ਮਸਲਾ। 25-30 ਸਾਲਾਂ ਤੋਂ ਲਗਾਤਾਰ ਚੱਲ ਰਿਹਾ ਸੀਗਾ। ਪਰ ਜਿਹੜੇ ਤੁਸੀਂ FIR ਕਰਾਈ, ਕਿੰਨੇ ਲੋਕਾਂ ਦੇ FIR ਹੋਈ ਅਤੇ ਕਿੰਨੇ ਕਰੋੜ ਰੁਪਏ ਦਾ ਘਟਾਲਾ ਲੱਗਦਾ ਤੁਹਾਨੂੰ? ਸਰ ਇਹ 2.5 ਦਰਜਨ ਦੇ ਕਰੀਬ ਸੀਗੇ ਬੰਦੇ, ਵਿਅਕਤੀ, ਤੇ ਲਗਭਗ ਕਿਉਂਕਿ ਬਨੂੜ ਹਾਈਵੇ ਤੇ ਪੈਂਦੀ ਹੈ ਜ਼ਮੀਨ, ਤੇ ਲਗਭਗ 250 ਕਰੋੜ ਦਾ ਵੈਲਿਊ ਹੈਗੀ ਹੈ ਇਹਦੀ। ਓਕੇ ਜੀ, ਇਸ ਤੋਂ ਇਲਾਵਾ ਜਿਸ ਤਰੀਕੇ ਨਾਲ ਤੁਸੀਂ ਇਹ 250 ਕਰੋੜ ਰੁਪਏ ਦੀ ਲਗਭਗ ਪ੍ਰੋਪਰਟੀ ਦਾ ਸਾਹਮਣੇ ਲਿਆਂਦਾ, ਪੂਰਾ ਸਕੈਮ ਲਿਆਂਦਾ ਅਤੇ SSP ਨੂੰ ਲਿਖਿਆ, DC ਨੂੰ ਲਿਖਿਆ, ਇਸ ਤੋਂ ਇਲਾਵਾ ਕਿਉਂਕਿ ਮਿਊਨਿਸਪਲ ਦੀ ਹੋਰ ਕਿਤੇ ਵੀ ਜਗ੍ਹਾ ਸੀਗੀ ਬਨੂੜ ਤੇ ਜਿਸ ਤੇ ਤੁਹਾਨੂੰ ਸ਼ੰਕਾ ਲੱਗਦੀ ਹੈ ਕਿ ਉੱਥੇ ਵੀ ਹੇਰ ਫੇਰ ਹੋਇਆ ਹੋਵੇ? ਸਰ ਮੈਂ ਜਿਹੜੀ ਆਪਣੀ ਇਨਸਪੈਕਸ਼ਨ ਕੀਤੀ ਹੈ ਉਹਦੇ 'ਚ ਬਨੂੜ ਦੀਆਂ 7 ਥਾਵਾਂ ਤੇ ਇਹ ਆਬਾਦੀ ਦੇ ਜ਼ਮੀਨਾਂ ਸੀਗੀਆਂ। ਮੈਂ ਜਦੋਂ ਮੈਨੂੰ ਪਤਾ ਲੱਗੇ ਵੀ ਇਹ ਜੰਗੀ ਪੱਧਰ ਦੇ ਕਬਜ਼ੇ ਹੋ ਰਹੇ ਹੈ, ਮੈਂ ਮਤਾ ਪਵਾ ਕੇ ਪਰਮਿਸ਼ਨ ਹਾਊਸ ਦੀ ਲੈ ਕੇ 7 ਥਾਂ ਤੇ ਹੀ ਆਪਣੇ ਬੋਰਡ ਲਾਏ ਹੈ। ਉੱਥੇ ਵੀ ਬੋਲਬਾਲਾ ਸੀ, ਪਰ ਐਡੇ ਪੱਧਰ ਦੇ ਨਹੀਂ, ਛੋਟੇ ਪੱਧਰ ਦੇ ਸੀ, ਉੱਥੇ ਬੋਲਬਾਲਾ ਇਨਕਰੋਚਮੈਂਟਾਂ ਦਾ ਸੀ। ਫਿਰ ਮੈਂ ਆਪਣੇ ਮਾਨਯੋਗ DC ਸਾਹਿਬ ਨੂੰ ਡਿਟੇਲ ਲੈਟਰ ਭੇਜੀ ਵੀ ਸਰ ਇਹਨਾਂ ਦੀ ਸਾਰਿਆਂ ਦੀ ਜਿਹੜੀ ਹੈ ਪੜਤਾਲ ਕਰਵਾਈ ਜਾਵੇ। ਖਾਸ ਤੌਰ ਤੇ ਉਸ ਪੜਤਾਲ ਦੇ ਵਿੱਚ ਕੀ ਕੁਝ ਸਾਹਮਣੇ ਆਇਆ ਹੁਣ ਤੱਕ ਦੀ? ਮੈਂ ਰਿਟਾਇਰ ਹੋ ਚੁੱਕਿਆ ਸੀ, ਮੈਨੂੰ ਨਹੀਂ ਪਤਾ ਉਹਦੇ ਬਾਅਦ ਕੀ ਰਿਜ਼ਲਟ ਕੱਢਿਆ, ਮਾਨਯੋਗ DC ਸਾਹਿਬ ਨੇ ਕੀ ਉਹਦੀ ਰਿਪੋਰਟ ਪੈਦਾ ਕੀਤੀ। ਤਾਂ ਬਹੁਤ ਬਹੁਤ ਸ਼ੁਕਰੀਆ। ਤਾਂ ਖਾਸ ਤੌਰ ਤੇ ਗੁਰਦੀਪ ਸਿੰਘ ਭੋਗਲ ਜੋ ਸਾਬਕਾ EO ਨੇ, ਸ਼ਿਕਾਇਤਕਰਤਾ ਨੇ, ਜੋ ਬਨੂੜ ਦੇ ਵਿੱਚ ਬਹੁਤ ਕਰੋੜੀ ਜ਼ਮੀਨ ਦੇ ਵਿੱਚ ਘਟਾਲਾ ਹੋਇਆ, ਹੇਰਾ ਫੇਰੀ ਹੋਈ, ਪਿਛਲੇ ਲਗਭਗ 25 ਤੋਂ 30 ਸਾਲਾਂ ਤੋਂ ਲਗਾਤਾਰ ਰਜਿਸਟਰੀਆਂ ਹੋ ਰਹੀਆਂ ਨੇ, ਕਾਸ਼ਤਕਾਰ ਬਦਲੇ ਜਾ ਰਹੇ ਨੇ, ਪਰ ਉਹ ਜ਼ਮੀਨ ਆਬਾਦੀ ਦੇ ਹੈ। ਜਿਸ ਤੋਂ ਬਾਅਦ ਲੀਗਲ ਰਾਏ ਲਈ ਗਈ, FIR ਹੋਈ ਅਤੇ FIR ਹੋਣ ਤੋਂ ਬਾਅਦ ਕੈਂਸਲੇਸ਼ਨ ਰਿਪੋਰਟ ਹੈ ਉਹ ਦਾਇਰ ਕੀਤੀ ਗਈ। ਹਾਲਾਂਕਿ ਹੁਣ ਇਸ ਕੈਂਸਲੇਸ਼ਨ ਰਿਪੋਰਟ ਤੋਂ ਬਾਅਦ ਕੀ ਕੁਝ ਕਾਰਵਾਈ ਅਮਲ ਦੇ ਵਿੱਚ ਆਉਂਦੀ ਹੈ ਇਹ ਵੇਖਣ ਵਾਲੀ ਗੱਲ ਹੋਵੇਗੀ। ਪਰ ਇਹ ਮਾਮਲਾ ਜਿਸ ਤਰੀਕੇ ਦੇ ਨਾਲ ਸਾਹਮਣੇ ਆਇਆ, ਉਸ ਤੋਂ ਬਾਅਦ ਇਸ ਦੀਆਂ ਤਾਰਾਂ ਕਿਤੇ ਨਾ ਕਿਤੇ ਡੂੰਘੀਆਂ ਜੁੜਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਕਿ ਇਹ ਘਟਾਲਾ ਬਹੁਤ ਕਰੋੜੀ ਤਾਂ ਹੈਗਾ ਹੀ ਹੈਗਾ, ਪਰ ਇਸ ਦੇ ਨਾਲ ਜ਼ਮੀਨ ਦੀ ਜੋ ਜਾਇਦਾਦ ਕਹਿ ਸਕਦੇ ਜਾਂ ਜਗ੍ਹਾ ਦਾ ਰਕਬਾ ਉਹ ਵੀ ਬਹੁਤ ਜ਼ਿਆਦਾ ਹੋ ਸਕਦਾ। ਬਨੂੜ ਦੇ ਵਿੱਚ ਹੋਏ ਬਹੁਤ ਕਰੋੜੀ ਜ਼ਮੀਨ ਘਟਾਲੇ ਨੂੰ ਲੈ ਕੇ ਜਿੱਥੇ ਜਾਂਚ ਕਹਿ ਸਕਦੇ ਆ ਹਰੇਕ ਐਂਗਲ ਤੋਂ ਕੀਤੀ ਜਾ ਰਹੀ ਹੈ, ਤਾਂ ਉੱਥੇ ਇਸ ਐਂਗਲ ਦੇ ਵਿੱਚ ਪਹਿਲਾਂ FIR ਦਰਜ ਹੁੰਦੀ ਹੈ ਅਤੇ ਫਿਰ FIR ਨੂੰ ਕੈਂਸਲ ਕਰਨ ਦੀ ਰਿਪੋਰਟ ਦਾਇਰ ਕੀਤੀ ਜਾਂਦੀ ਹੈ। ਰਾਜਪੁਰਾ ਤੋਂ ਸਾਡੇ ਨਾਲ ਵਿਧਾਇਕ ਮੈਡਮ ਨੀਨਾ ਮਿੱਤਲ ਜੀ ਮੌਜੂਦ ਨੇ, ਗੱਲਬਾਤ ਕਰਾਂਗੇ। ਮਿੱਤਲ ਮੈਮ, ਸਭ ਤੋਂ ਪਹਿਲਾਂ ਪੂਰਾ ਮਾਮਲਾ ਕੀ ਹੈ ਜਿਸ ਨੂੰ ਲੈ ਕੇ ਸਿਆਸੀ ਗਲਿਆਰਿਆਂ ਦੇ ਵਿੱਚ ਵੀ ਹੁਣ ਗੱਲਾਂ ਸ਼ੁਰੂ ਹੋ ਚੁੱਕੀਆਂ ਨੇ? ਦੇਖੋ, ਇਹ ਬਨੂੜ ਦਾ ਜਿਹੜਾ ਬਹੁ ਕਰੋੜੀ ਜ਼ਮੀਨ ਦਾ ਘਪਲਾ ਨਿਕਲਿਆ ਹੈ, ਮੈਂ ਪਿਛਲੇ ਦਿਨ ਹੀ ਬਨੂੜ ਮੀਟਿੰਗ 'ਚ ਗਈ ਸੀ, ਤਾਂ ਕੁਝ ਪੱਤਰਕਾਰ ਭਰਾਵਾਂ ਨੇ ਮੈਨੂੰ ਇਹ ਕੁਐਸਚਨ ਪੁੱਛਿਆ ਸੀ ਕਿ ਬਨੂੜ ਵਿੱਚ ਜ਼ਮੀਨ ਦਾ ਕਾਫੀ ਵੱਡਾ ਮਾਮਲਾ ਨਿਕਲਿਆ, ਤਾਂ ਮੈਨੂੰ ਕੋਈ ਵੱਡੀ ਹੈਰਾਨੀ ਨਹੀਂ ਹੋਈ ਕਿਉਂਕਿ ਪਿਛਲੀਆਂ ਸਰਕਾਰਾਂ ਵੇਲੇ ਤਾਂ ਕੰਮ ਹੀ ਇਹੀ ਸੀਗਾ, ਚਾਹੇ ਅਕਾਲੀ ਦਲ ਸੀ ਚਾਹੇ ਕਾਂਗਰਸ ਸੀ, ਇਹਨਾਂ ਦੀ ਹਰ ਪੱਖ ਦੀ ਸਾਂਝ ਸੀ ਔਰ ਘਪਲਿਆਂ ਦੀ ਸਾਂਝ ਤਾਂ ਇਹਨਾਂ ਦੀ ਬਹੁਤ ਜ਼ਿਆਦਾ ਸੀ। ਤਾਂ ਕੋਈ ਨਾ ਕੋਈ ਘਪਲਾ ਜ਼ਰੂਰ ਨਿਕਲੂਗਾ, ਉਹਦੀ ਜਲਦੀ ਹੀ ਜਾਂਚ ਹੋਊਗੀ ਕਿਉਂਕਿ ਹੁਣ ਆਮ ਆਦਮੀ
ਪਾਰਟੀ ਦੀ ਸਰਕਾਰ ਹੈ। ਆਮ ਆਦਮੀ ਪਾਰਟੀ ਦੀ ਇੱਕ ਇਮਾਨਦਾਰ ਸਰਕਾਰ ਹੈ। ਉਹ ਕਿਸੇ ਵੀ ਘਪਲੇ ਨੂੰ ਨਹੀਂ ਦੱਬਣ ਦੇਊਗੀ। ਘਪਲਾ ਜ਼ਰੂਰ ਉਜਾਗਰ ਹੋਊਗਾ। ਜੋ ਵੀ ਦੋਸ਼ੀ ਹੋਊਗਾ ਉਹਨੂੰ ਸਜ਼ਾ ਮਿਲੂ, ਚਾਹੇ ਉਹ ਪੋਲੀਟੀਕਲ ਲੋਕ ਹੈ ਚਾਹੇ ਉਹ ਆਮ ਲੋਕ ਨੇ। ਹੁਣ ਤੱਕ ਜੇਕਰ ਦੇਖਿਆ ਜਾਵੇ, ਕਿਉਂਕਿ ਬਨੂੜ ਦੇ ਵਿੱਚ ਬਹੁ ਕਰੋੜੀ ਜ਼ਮੀਨ ਸੀਗੀ, ਉਸ ਦੇ ਵਿੱਚ ਲਗਾਤਾਰ ਪਹਿਲਾਂ FIR ਰਜਿਸਟਰ ਹੁੰਦੀ ਹੈ, ਫਿਰ ਰੀਕੈਂਸਲ ਦੀ ਉਸ ਦੇ ਵਿੱਚ ਦਾਇਰ ਕੀਤੀ ਜਾਂਦੀ ਹੈ। ਉਸ ਚੀਜ਼ ਨੂੰ ਕਿਸ ਤਰੀਕੇ ਦੇ ਨਾਲ ਵੇਖਦੇ ਹੋ, ਕਿਉਂਕਿ ਇਨਸਾਫ ਕਿੱਥੇ ਹੈ? ਕਿ FIR ਸਹੀ ਰਜਿਸਟਰ ਹੋਈ ਸੀ ਜਾਂ FIR ਜੋ ਕੈਂਸਲ ਹੋਈ ਹੈ ਉਹ ਗਲਤ ਹੋਈ? ਦੇਖੋ, ਦੋਨੋਂ ਚੀਜ਼ਾਂ ਹੀ ਸ਼ੱਕ ਤੇ ਸੂਈ ਲੈ ਕੇ ਜਾਂਦੀਆਂ। ਚਾਹੇ ਤਾਂ ਜਿਹੜੀ FIR ਰਜਿਸਟਰ ਹੋਈ ਸੀ, ਚਾਹੇ FIR ਕੈਂਸਲ ਹੋਈ ਹੈ, ਜਿਹੜੀ ਕੈਂਸਲੇਸ਼ਨ ਰਿਪੋਰਟ ਬਣੀ ਹੈ, ਦੋਨਾਂ ਤੇ ਹੀ ਸ਼ੱਕ ਦੀ ਸੂਈ ਖੜੀ ਹੋਈ ਹੈ। ਪਰ ਮੈਂ ਇਹੀ ਗੱਲ ਕਹੂੰਗੀ, ਦੁਬਾਰਾ ਵੀ ਇਹੀ ਗੱਲ ਕਹੂੰਗੀ ਕਿ ਬਿਲਕੁਲ ਨਿਸ਼ਪਕਸ਼ ਜਾਂਚ ਹੋਊਗੀ। ਚਾਹੇ ਤਾਂ ਜਿਨ੍ਹਾਂ ਨੇ ਪਹਿਲਾਂ ਰਿਪੋਰਟ ਬਣਾਈ ਉਹ ਗਲਤ ਸੀ, ਜਾਂ ਜਿਨ੍ਹਾਂ ਨੇ ਹੁਣ ਰਿਪੋਰਟ ਕੈਂਸਲ ਕੀਤੀ ਉਹ ਗਲਤ ਸੀਗੇ। ਬਿਲਕੁਲ ਨਿਸ਼ਪਕਸ਼ ਜਾਂਚ ਹੋ ਕੇ ਦੁੱਧ ਦਾ ਪਾਣੀ ਲੋਕਾਂ ਦੇ ਸਾਹਮਣੇ ਆਊਗਾ। ਕਿਸੇ ਨਾਲ ਵੀ ਕੋਈ ਧੱਕਾ ਨਹੀਂ ਕੀਤਾ ਜਾਊਗਾ। ਕੋਈ ਵੀ ਇੱਥੇ ਓਲੇ ਵਿੱਚ ਨਹੀਂ ਰਹੂਗੀ, ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਇਮਾਨਦਾਰ ਲੀਡਰ ਦੀ ਅਗਵਾਈ ਵਿੱਚ ਇਹ ਸਰਕਾਰ ਚੱਲ ਰਹੀ ਹੈ। ਬਿਲਕੁਲ ਲੋਕਾਂ ਦੇ ਸਾਹਮਣੇ ਸੱਚਾਈ ਦਾ ਆਇਨਾ ਜ਼ਰੂਰ ਆਏਗਾ। ਮੈਮ, ਪਿਛਲੇ ਕਾਫੀ ਲੰਬੇ ਸਮੇਂ ਤੋਂ ਜ਼ਿਕਰ ਆਉਂਦਾ ਕਿ ਇਸ ਜ਼ਮੀਨ ਦੇ ਵਿੱਚ ਪਿਛਲੇ ਕਾਫੀ ਲੰਬੇ ਸਮੇਂ ਤੋਂ ਹੇਰਾ ਫੇਰੀਆਂ ਸਾਹਮਣੇ ਆਉਂਦੀਆਂ ਸੀ। ਹਾਲਾਂਕਿ ਇਹ ਸਪਸ਼ਟ ਨਹੀਂ ਹੋਈਆਂ ਹਜੇ, ਕਿਉਂਕਿ ਅਦਾਲਤ ਦੇ ਵਿੱਚ ਜਾਏਗਾ ਸੀਨ ਪੂਰਾ, ਉੱਥੇ ਤੈਅ ਹੋਏਗਾ ਕਿ ਇਹ ਹੇਰਾ ਫੇਰੀ ਹੋਈ ਹੈ ਜਾਂ ਨਹੀਂ ਹੋਈ ਹੈ। ਪਰ ਇਹ ਜ਼ਿਕਰ ਜ਼ਰੂਰ ਹੁੰਦਾ ਕਿ ਲੰਬੇ ਸਮੇਂ ਤੋਂ ਹੇਰਾ ਫੇਰੀਆਂ ਜਿਹੜੀਆਂ ਕੀ ਹੋ ਰਹੀਆਂ ਸੀ। ਦੇਖੋ, ਕੁਛ ਨਾ ਕੁਛ ਤਾਂ ਇਹਦੇ ਵਿੱਚ ਗੜਬੜ ਹੈ ਹੀ। ਹੇਰਾ ਫੇਰੀ ਲਾ ਲਓ, ਕਿਉਂਕਿ ਜ਼ਮੀਨ ਆਪਾਂ ਕਹਿੰਦੇ ਦੋਸ਼ੀ ਕੌਣ ਹੈ, ਇਸ ਦਾ ਹਾਲੇ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਕਿ ਇਸ ਜ਼ਮੀਨ ਵਿੱਚ ਦੋਸ਼ੀ ਕੌਣ ਹੋਊਗਾ। ਮੇਰੇ ਖਿਆਲ ਵਿੱਚ ਦੋਸ਼ੀ ਉਹ ਹੋਊਗਾ ਜਿਹਨੇ ਸਭ ਤੋਂ ਪਹਿਲਾਂ ਇਹ ਜ਼ਮੀਨ ਖਰੀਦੀ। ਇਹ ਜ਼ਮੀਨ ਬਾਰ-ਬਾਰ ਵਿਕੀ ਹੈ। ਅਗਲੇ ਲੋਕਾਂ ਨੂੰ, ਜਿਹੜੇ ਨਵੇਂ ਲੋਕ ਆਏ, ਉਹਨਾਂ ਨੂੰ ਇਹ ਨਹੀਂ ਪਤਾ ਕਿ ਜ਼ਮੀਨ ਦਾ ਅਸਲੀ ਮਾਲਕ ਕੌਣ ਹੈ, ਜਾਂ ਕੀ ਇਸ ਦੇ ਵਿੱਚ ਕਪਲਾਏ, ਜਾਂ ਆਪਾਂ ਕਹੀਏ ਕੋਈ ਇਹਦੇ ਵਿੱਚ ਕੋਈ ਲੋਚਾ ਹੈ ਕਹੀਏ, ਤਾਂ ਉਹ ਚੀਜ਼ ਦੀ ਸੱਚਾਈ ਬਿਲਕੁਲ ਅਸੀਂ ਸਾਹਮਣੇ ਕੱਢਾਂਗੇ। ਜਦੋਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਬਨੂੜ ਵਿੱਚ ਗਈ ਸੀ, ਮੇਰੀ ਨਿਗਾਹ 'ਚ ਆਇਆ ਤਾਂ ਨਾਲ ਦੀ ਨਾਲ ਮੈਂ ਆਪਣੇ ਮਾਨਯੋਗ CM ਸਾਹਿਬ ਕੋਲੇ ਗਈ ਕਿ ਬਨੂੜ ਵਿੱਚ ਇੱਕ ਬਹੁਤ ਵੱਡਾ ਘਪਲਾ ਉਜਾਗਰ ਹੋ ਰਿਹਾ ਹੈ। ਇਸ ਦੀ ਨਿਸ਼ਪਕਸ਼ ਜਾਂਚ ਹੋਣੀ ਚਾਹੀਦੀ ਹੈ, ਕਿਉਂਕਿ ਲੋਕਾਂ ਨੂੰ ਸਾਡੇ ਤੋਂ ਉਮੀਦ ਹੈ। ਲੋਕ ਸਾਡੇ ਵੱਲ ਝਾਕਦੇ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਬਿਲਕੁਲ ਸੱਚਾਈ ਲੈ ਕੇ ਆਊਗੀ। ਤਾਂ ਨਾਲ ਦੀ ਨਾਲ ਮਾਨ ਸਾਹਿਬ ਨੇ DGP ਸਾਹਿਬ ਨੂੰ ਆਦੇਸ਼ ਦਿੱਤੇ। DGP ਸਾਹਿਬ ਨੇ ਸਾਡੇ IG ਚੀਨਾ ਸਾਹਿਬ ਨੂੰ ਉਹਨਾਂ ਨੂੰ ਕਿਹਾ ਕਿ ਇਸ ਦੀ ਨਿਸ਼ਪਕਸ਼ ਜਾਂਚ ਕੀਤੀ ਜਾਵੇ। ਮੈਨੂੰ ਪੂਰੀ ਉਮੀਦ ਹੈ IG ਚੀਨਾ ਸਾਹਿਬ ਦੀ ਇਮਾਨਦਾਰੀ ਤੇ ਕਿ ਬਿਲਕੁਲ ਕਲੀਅਰ ਗੱਲ ਸਾਹਮਣੇ ਆਊਗੀ। ਲੋਕਾਂ ਨੂੰ, ਜਿਹੜੇ ਅੱਜ ਦੇ ਟਾਈਮ 'ਚ ਬਨੂੜ ਦੇ ਲੋਕਾਂ 'ਚ ਜਾਂ ਰਾਜਪੁਰਾ ਹਲਕੇ ਦੇ ਲੋਕਾਂ 'ਚ ਇੱਕ ਸਸਪੈਂਸ ਹੈ ਕਿ ਇਹਦਾ ਕੀ ਹੋਊਗਾ। ਉਧਰੋਂ ਮਾਨਯੋਗ ਹਾਈ ਕੋਰਟ ਦੇ ਵੱਲੋਂ ਵੀ ਜੋ ਇਹਦੀ ਜਾਂਚ ਚੱਲ ਰਹੀ ਹੈ, ਜੋ ਉਹਦਾ ਫੈਸਲਾ ਆਊਗਾ, ਤੇ ਪੰਜਾਬ ਸਰਕਾਰ ਵੱਲੋਂ IG ਚੀਨਾ ਸਾਹਿਬ ਵੱਲੋਂ ਬਿਲਕੁਲ ਕਲੀਅਰ ਗੱਲ ਸਾਹਮਣੇ ਆਊਗੀ। ਲੋਕਾਂ ਦੇ ਜਿਹੜਾ ਦੋਸ਼ੀ ਹੋਊਗਾ ਉਹ ਬਖਸ਼ਿਆ ਨਹੀਂ ਜਾਊਗਾ। ਲੱਗਦਾ ਇਸ ਦੇ ਵਿੱਚ ਪਿੱਛੇ ਇੱਕ ਵੱਡਾ ਨੈਕਸਸ ਵੀ ਹੋ ਸਕਦਾ। ਹਾਲਾਂਕਿ ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਕੀਤਾ ਕਿ ਜੇਕਰ ਜ਼ਮੀਨ ਗਲਤ ਤਰੀਕੇ ਨਾਲ ਵੇਚੀ ਗਈ ਹੈ ਤਾਂ ਉਹਨਾਂ ਲੋਕਾਂ ਨੂੰ ਫੜਿਆ ਜਾਵੇ ਜਿਨ੍ਹਾਂ ਨੇ ਪਹਿਲੀਆਂ ਰਜਿਸਟਰੀਆਂ ਕਰਵਾਈਆਂ ਸੀਗੀਆਂ, ਜਿਸ ਸਮੇਂ ਆਬਾਦੀ ਦੇ ਜ਼ਮੀਨ ਨੂੰ ਰਜਿਸਟਰੀਆਂ ਦੇ ਵਿੱਚ ਕਨਵਰਟ ਕਰਾਇਆ ਸੀਗਾ। ਕੀ ਲੱਗਦਾ ਕਿ ਉਸ ਸਮੇਂ ਤੋਂ ਵੱਡਾ ਇੱਕ ਨੈਕਸਸ ਇਸ ਤੇ ਕੰਮ ਕਰ ਰਿਹਾ ਹੋਵੇ? ਬਿਲਕੁਲ, ਇਹਦੇ ਵਿੱਚ ਕੁਐਸਚਨ ਤਾਂ, ਸਵਾਲ ਤਾਂ ਬਹੁਤ ਜ਼ਿਆਦਾ ਖੜੇ ਹੁੰਦੇ ਆ। ਚਾਹੇ ਤਾਂ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਜ਼ਮੀਨ ਖਰੀਦੀ, ਜਾਂ ਜਦੋਂ ਇਹਨਾਂ ਇਸ ਜ਼ਮੀਨ ਦੀਆਂ ਹੁਣ ਇਹ ਕੰਪਲੇਂਟਸ ਹੋਈਆਂ, ਕੰਪਲੇਂਟਸ ਵੀ ਕਿਹਨੇ ਕੀਤੀਆਂ? ਉਹ ਵੀ ਮਿਊਨਿਸਪੈਲਿਟੀ ਦੇ EMPLOYEES ਸੀਗੇ, ਮਿਊਨਿਸਪੈਲਿਟੀ ਦੇ ਆਦਮੀ ਸੀਗੇ, ਵਰਕਰ ਸੀਗੇ। ਤਾਂ ਜਿਹੜੀ ਇਹਨਾਂ ਦੀ ਕੰਪਲੇਂਟ ਕੀਤੀ ਗਈ ਉਹ ਵੀ EO ਸਾਹਿਬ ਵੱਲੋਂ ਕੀਤੀ ਗਈ। ਜਿਹੜੀਆਂ ਰਜਿਸਟਰੀਆਂ ਹੋਈਆਂ ਉਹ 'ਚ ਵੀ MC ਸਾਹਿਬਾਨਾਂ ਦੀ ਸਹਿਮਤੀ ਸੀਗੀ। ਤਾਂ ਇਹ ਘਪਲਾ, ਇਹਦੇ ਵਿੱਚੋਂ ਸਕੈਂਡਲ ਜ਼ਰੂਰ ਨਿਕਲੂਗਾ। ਪਰ ਮੈਂ ਇਹੀ ਕਹੂੰਗੀ ਕਿ ਆਮ ਆਦਮੀ ਪਾਰਟੀ ਤੇ ਵਿਸ਼ਵਾਸ ਰੱਖਿਓ, ਇਮਾਨਦਾਰ ਸਰਕਾਰ ਤੇ ਵਿਸ਼ਵਾਸ ਰੱਖਿਓ। ਹਰ ਚੀਜ਼ ਬਹੁਤ ਜਲਦੀ ਸਾਹਮਣੇ ਆ ਜਾਏਗੀ। ਆਖਰੀ ਸਵਾਲ, ਕਦੋਂ ਤੱਕ? ਬਹੁਤ ਜਲਦੀ, ਕਿੰਨੇ ਸਮੇਂ ਤੱਕ ਕਹਿ ਸਕਦੇ ਜਾਂਚ ਲੋਕਾਂ ਦੇ ਸਾਹਮਣੇ ਹੋਏਗੀ ਅਤੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ? ਦੇਖੋ, ਜੁਲਾਈ ਦੀ ਤਾਂ ਮੇਰੇ ਖਿਆਲ 'ਚ ਮਾਨਯੋਗ ਹਾਈ ਕੋਰਟ 'ਚ ਤਰੀਕ ਹੈਗੀ ਹੈ। ਉਹ ਤਾਂ ਇੱਕ ਪੈਰਲਲ ਚੱਲਦਾ ਹੀ ਰਹੂਗਾ। ਤਾਂ ਉਸ ਤੋਂ ਬਾਅਦ, ਉਸ ਤੋਂ ਇਲਾਵਾ ਮੈਂ ਤੁਹਾਨੂੰ ਇਹ ਨਹੀਂ ਕਹਿ ਸਕਦੀ ਵੀ ਮੈਂ ਤੁਹਾਨੂੰ ਕਹਿੰਦਾ 15 ਦਿਨਾਂ 'ਚ ਹੋ ਜੂਗੀ, ਪਰ ਬਹੁਤ ਜਲਦੀ। ਲੋਕਾਂ ਨੂੰ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਊਗਾ। ਜਿੱਥੇ ਵੀ ਘਪਲਾ ਹੋਇਆ, ਜਿੱਥੇ ਵੀ ਧੱਕਾ ਹੋਇਆ, ਉਹ ਸਭ ਦੇ ਸਾਹਮਣੇ ਆਊਗਾ। ਕਿਉਂਕਿ ਹੁਣ ਘਪਲੇ ਵਾਲਿਆਂ ਦੀ ਖੈਰ ਨਹੀਂ। ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕੋ ਹੀ ਗੱਲ ਕਹੀ ਸੀਗੀ ਕਿ ਕੋਈ ਵੀ ਬਖਸ਼ਿਆ ਨਹੀਂ ਜਾਊਗਾ ਜਿਨ੍ਹਾਂ ਨੇ ਪੰਜਾਬ ਦਾ 1 ਰੁਪਿਆ ਵੀ ਖਾਧਾ ਹੈ। ਬਹੁਤ ਬਹੁਤ ਸ਼ੁਕਰੀਆ। ਤਾਂ ਰਾਜਪੁਰਾ ਤੋਂ ਵਿਧਾਇਕ ਨੀਨਾ ਮਿੱਤਲ ਜੀ ਸਾਡੇ ਨਾਲ ਮੌਜੂਦ ਸਨ, ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਇਸ ਜ਼ਮੀਨ ਘਟਾਲੇ ਨੂੰ ਲੈ ਕੇ ਉਹਨਾਂ ਦੇ ਸਾਹਮਣੇ ਪੂਰਾ ਇੱਕ ਮਾਮਲਾ ਆਇਆ ਸੀਗਾ, ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨਾਲ ਮਿਲਣ ਤੋਂ ਬਾਅਦ ਇਸ ਦੀ ਪੂਰੀ ਜਾਂਚ ਕਰਵਾਈ ਜਾ ਰਹੀ ਆ। ਹਾਲਾਂਕਿ ਇਹ ਜ਼ਮੀਨ ਕਿਸ ਤਰੀਕੇ ਦੇ ਨਾਲ ਵਿਕੀ, ਕੀ ਇਹ ਗਲਤ ਤਰੀਕੇ ਦੇ ਨਾਲ ਜ਼ਮੀਨ ਵੇਚੀ ਗਈ ਜਾਂ ਸਹੀ ਤਰੀਕੇ ਦੇ ਨਾਲ ਵੇਚੀ ਗਈ, ਹਰੇਕ ਇੱਕ ਐਂਗਲ, ਇੱਕ ਪਹਿਲੂ ਤੋਂ ਇਸ ਦੀ ਪੂਰੀ ਜਾਂਚ ਪੜਤਾਲ ਹੋ ਰਹੀ ਹੈ। ਨਗਰ ਕੌਂਸਲ ਦੀ ਸੜਕ ਦੇ ਉੱਪਰ ਲੱਗਦੀ ਕਰੋੜਾਂ ਰੁਪਏ ਦੀ ਜ਼ਮੀਨ ਨੂੰ ਲੈ ਕੇ ਜਿੱਥੇ ਹਰੇਕ ਇੱਕ ਪਰਤ ਖੁੱਲਦੀ ਹੋਈ ਨਜ਼ਰ ਆ ਰਹੀ ਹੈ,
ਉੱਥੇ ਇਸ ਦੇ ਵਿੱਚ 2 FIR ਵੀ ਦੇਖਣ ਨੂੰ ਮਿਲ ਰਹੀਆਂ ਨੇ, ਜਿਸ ਇੱਕ FIR ਦੇ ਵਿੱਚ ਖਾਸ ਤੌਰ ਤੇ ਕਹਿ ਸਕਦੇ ਆ ਦਰਜ ਕੀਤਾ ਗਿਆ ਤੇ ਦੂਸਰੀ FIR ਨੂੰ ਇੱਕ ਕੈਂਸਲ ਐਂਗਲ ਦਿੱਤਾ ਗਿਆ, ਜਿਸ ਦੇ ਤਹਿਤ ਉਸ FIR ਨੂੰ ਕੈਂਸਲ ਦੇ ਲਈ ਕੋਰਟ ਦੇ ਵਿੱਚ ਦਾਇਰ ਕੀਤਾ ਗਿਆ। ਦੋਵੇਂ ਵੱਖ-ਵੱਖ ਐਂਗਲਾਂ ਤੋਂ, ਜਿੱਥੇ ਕਹਿ ਸਕਦੇ EO ਉਸ ਸਮੇਂ ਦੇ EO ਗੁਰਦੀਪ ਸਿੰਘ ਭੋਗਲ ਕਹਿ ਰਹੇ ਨੇ ਕਿ ਉਹਨਾਂ ਵੱਲੋਂ ਜੋ ਜਾਂਚ ਕਰਵਾਈ ਗਈ ਸੀ ਉਸ ਸਮੇਂ ਦੇ ਵਿੱਚ ਪਾਇਆ ਗਿਆ ਸੀਗਾ ਕਿ ਜੋ ਕੋਈ ਵੀ ਜ਼ਮੀਨ ਹੈ ਜੋ ਆਬਾਦੀ ਦੇ ਅਤੇ ਆਬਾਦੀ ਦੇ ਇਹ ਅੰਦਰ ਜ਼ਮੀਨ ਆਉਂਦੀ ਹੈ, ਇਸ ਦੀ ਰਜਿਸਟਰੀ ਹੈ ਜਿਹੜੀ ਨਹੀਂ ਹੋ ਸਕਦੀ। ਤਾਂ ਦੂਸਰੇ ਤਰਫ ਜੋ ਦੁਬਾਰਾ ਤੋਂ ਜਾਂਚ ਪੜਤਾਲ ਹੋਈ ਉਸ ਦੇ ਵਿੱਚ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਜ਼ਮੀਨ ਦੇ ਉੱਪਰ ਕਾਸ਼ਤਕਾਰ ਲੰਬੇ ਸਮੇਂ ਤੋਂ ਬਦਲਦੇ ਆ ਰਹੇ ਨੇ ਅਤੇ ਰਜਿਸਟਰੀਆਂ ਵੀ ਜਿਹੜੀਆਂ ਹੋਣੀਆਂ ਪਾਈਆਂ ਗਈਆਂ ਨੇ, ਜਿਸ ਤੋਂ ਲੈ ਕੇ ਕੋਈ ਵੀ ਕਾਰਵਾਈ ਹੋਣੀ ਨਹੀਂ ਬਣਦੀ। ਹਾਲਾਂਕਿ ਹੁਣ ਜੋ ਕੈਂਸਰ ਰਿਪੋਰਟ ਹੋਣੀ ਆ ਉਸ ਨੂੰ ਲੈ ਕੇ 3 ਜੁਲਾਈ 2023 ਨੂੰ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ। ਉਸ ਦੇ ਵਿੱਚ ਦੇਖਣਾ ਹੋਵੇਗਾ ਕਿ ਕੋਰਟ ਵੱਲੋਂ ਕੀ ਫੈਸਲਾ ਸੁਣਾਇਆ ਜਾਂਦਾ। ਪਰ ਇਸ ਕਰੋੜਾਂ ਦੀ ਰੁਪਏ ਦੀ ਜ਼ਮੀਨ ਨੂੰ ਲੈ ਕੇ ਜਾਂਚ ਪੜਤਾਲ ਕਹਿ ਸਕਦੇ ਜੰਗੀ ਪੱਧਰ ਤੇ ਕਰਨ ਦੀ ਮੰਗ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ। ਕੈਮਰਾ ਪਰਸਨ ਤਜਿੰਦਰ ਦੇ ਨਾਲ ਕਮਲਦੀਪ ਜੀ, ਮੀਡੀਆ, ਬਨੂੜ।